ਮਾਂ ਬਣਨ ਤੋਂ ਬਾਅਦ ਇਹ ਦੁਖਿਆਰੀ ਮਾਂ ਜਿਹਦੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਜਿਹਦੀ ਅੱਖਾਂ 'ਚ ਹੰਝੂ ਹੈ ਤੇ ਇੱਕ ਛੋਟੀ ਬੱਚੀ ਨੂੰ ਗੋਦੀ 'ਚ ਲੈ ਕੇ ਬੈਠੀ ਹੈ। ਬਹੁਤ ਵੱਡੀ ਪਰੇਸ਼ਾਨੀ 'ਚ ਹੈ ਕਿਉਂਕਿ ਇਹਨੇ ਜਿਹੜੀ ਮਿਹਨਤ ਕਰਕੇ ਪੜ੍ਹਾਈ ਕਰਕੇ ਆਪਣੀ ਜੌਬ ਹਾਸਲ ਕੀਤੀ ਸੀ ਉਹ ਜੌਬ ਚਲੀ ਗਈ। ਹਟਾਇਆ ਜੀ ਮੈਨੂੰ ਹੈਗਾ 3 ਅਗਸਤ ਨੂੰ ਮੈਨੂੰ ਹਟਾ ਦਿੱਤਾ ਗਿਆ। ਰੀਜ਼ਨ ਨਹੀਂ ਕੋਈ ਦੱਸਿਆ ਕਿਉਂ ਹਟਾਇਆ? ਕਿਉਂਕਿ ਇਹਦਾ ਅਧਿਕਾਰ ਹੈਗਾ ਔਰਤ ਦਾ ਮਾਂ ਇਹਨਾਂ ਕੋਲੇ ਇੱਕ ਰੀਜ਼ਨ ਇਹ ਕਹਿ ਰਹੇ ਨੇ ਵੀ 3 ਦਿਨਾਂ ਤੋਂ ਵੱਧ ਛੁੱਟੀ ਹੈ ਨਹੀਂ ਸੀ ਤੇ ਤੂੰ ਲੰਮੀ ਛੁੱਟੀ ਤੇ ਗਈ, ਇਹ ਤੇਰਾ ਰੀਜ਼ਨ ਆ ਤੇ ਤਾਂ ਕਰਕੇ ਤੈਨੂੰ ਹਟਾ ਦਿੱਤਾ ਗਿਆ। ਸਰ ਮੈਂ 2 ਮਹੀਨਿਆਂ ਦੀ ਛੁੱਟੀ ਅਪਲਾਈ ਕਰਕੇ ਗਈ ਸੀਗੀ। ਕਿਹੜੀ ਤਰੀਕ ਦੀ ਹੈ? ਇਹ ਤਰੀਕ ਹੈਗੀ ਆ 20 ਜੂਨ ਤੋਂ 20 ਅਗਸਤ ਤੱਕ 2023। ਹਾਂਜੀ। ਕਿਹਦੇ ਨਾਮ ਤੇ ਸੀ ਮੈਡਮ ਇੰਚਾਰਜ ਹੈਗੇ ਸੀ ਐਸਐਮਓ ਮੈਡਮ ਡਾਕਟਰ ਅਲਕਾ। ਪੋਸਟ ਕਲੀਨਿਕਲ ਅਸਿਸਟੈਂਟ, ਇਹ ਨਵੀਆਂ ਪੋਸਟਾਂ ਜਿਹੜੀਆਂ ਮੁਹੱਲਾ ਕਲੀਨਿਕ 'ਚ ਕੱਢੀਆਂ ਗਈਆਂ ਸੀ ਤਾਂ ਇਹ 2022 ਚ ਉਹਦੇ 'ਚ ਮਿਹਨਤ ਕਰਕੇ ਮੈਰਿਟ ਦੇ ਆਧਾਰ ਤੇ ਭਰਤੀ ਹੋ ਕੇ ਇਹਨੇ ਨੌਕਰੀ ਹਾਸਲ ਕੀਤੀ ਸੀ। ਪਰ ਨੌਕਰੀ ਤੋਂ ਪਹਿਲਾਂ ਵਧੀਆ ਇਹਨੂੰ ਜਿਹੜੇ ਕਹਿ ਸਕਦੇ ਇੱਕ ਵਧੀਆ ਸੁਪਨੇ ਹੁੰਦੇ ਕਿ ਆਪਾਂ ਮਿਹਨਤ ਕਰਨੀ ਹੈ, ਨੌਕਰੀ ਹਾਸਲ ਕਰਨੀ ਹੈ, ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਨੌਕਰੀ ਜਿਹੜੀ ਇਹਨੇ ਹਾਸਲ ਕੀਤੀ ਹੈ ਵਿਆਹ ਤੋਂ ਬਾਅਦ ਜਦੋਂ ਇਹ ਮਾਂ ਬਣੂਗੀ ਤਾਂ ਇਹਦੀ ਨੌਕਰੀ ਚਲੀ ਜਾਊਗੀ। ਮੇਰੀ 1/7/2023 ਨੂੰ ਡਿਲੀਵਰੀ ਹੋਈ। ਡਿਲੀਵਰੀ ਤੋਂ ਬਾਅਦ 18 ਦਿਨਾਂ ਦੀ ਮੇਰੀ ਬੇਟੀ ਸੀ ਜਦੋਂ ਮੈਨੂੰ ਕਾਲ ਗਈ ਆ ਵੀ ਤੁਸੀਂ ਲੰਮੀ ਛੁੱਟੀ ਤੇ ਗਏ ਹੋ ਤੇ ਤਾਂ ਤੁਸੀਂ ਦੁਬਾਰਾ ਜੁਆਇਨ ਨਹੀਂ ਕਰ ਸਕਦੇ। ਤਾਂ ਉਸ ਸਮੇਂ ਸਰ ਮੈਂ ਸਾਰਾ ਕੁਝ ਭੁੱਲ ਗਈ ਸੀ ਵੀ ਇੱਕ ਮੇਰੀ 18 ਦਿਨਾਂ ਦੀ ਬੱਚੀ ਆ ਤੇ ਮੈਂ ਮੈਟਰਨਿਟੀ ਲੀਵ ਵੀ ਭੁੱਲ ਚੁੱਕੀ ਸੀਗੀ। ਮੇਰਾ ਸਜੇਰੀਅਨ ਹੋਇਆਗਾ। ਮੈਂ ਉਸ ਟਾਈਮ ਆਪਣੀ ਮਤਲਬ ਕਿ ਬੋਡੀ ਦੀ ਵੀ ਕੇਅਰ ਨਹੀਂ ਕੀਤੀ ਕਿਉਂਕਿ ਸਜੇਰੀਅਨ ਤੁਹਾਨੂੰ ਵੀ ਪਤਾ ਵੀ ਕੋਈ ਵੀ ਡਾਕਟਰ ਆ ਜਿਹੜਾ ਉਹ ਕੋਈ ਵੀ ਨਹੀਂ ਕਹੇਗਾ ਵੀ ਬੱਚਾ ਤੀਜੇ ਦਿਨ ਸਜੇਰੀਅਨ ਕਰਾ ਕੇ ਡਿਊਟੀ ਤੇ ਜਾ ਸਕਦਾ ਹੈ। ਸਰ ਨਹੀਂ 12 ਨੰਬਰ ਜਿਹੜਾ ਪੁਆਇੰਟ ਆ ਉਹਦੇ ਵਿੱਚ ਕਲੀਅਰ ਦਿੱਤਾ ਹੋਇਆਗਾ ਵੀ ਜੇਕਰ ਕੋਈ ਬੱਚਾ ਵਿਦ ਆਊਟ ਰੀਜ਼ਨ 3 ਦਿਨਾਂ ਤੋਂ ਵੱਧ ਲਗਾਤਾਰ ਛੁੱਟੀ ਲੈ ਰਿਹਾ, 12 ਨੰਬਰ ਜੀ, 3 ਦਿਨਾਂ ਤੋਂ ਵੱਧ ਛੁੱਟੀ ਲੈ ਰਿਹਾ ਬਿਨਾ ਵਿਦਆਊਟ ਰੀਜ਼ਨ ਤਾਂ ਉਹਨੂੰ ਕੱਟ ਦਿੱਤਾ ਜਾਊਗਾ। ਸਰ ਮੇਰਾ ਤਾਂ ਡਿਲੀਵਰੀ ਦਾ ਰੀਜ਼ਨ ਸੀਗਾ, ਮੈਂ ਤਾਂ ਆਪਣਾ ਰੀਜ਼ਨ ਦੇ ਵੀ ਨਹੀਂ ਗਈ ਜਾਂ ਮੈਂ ਕਿਸੇ ਨੂੰ। ਹਾਂਜੀ ਇਹ ਵਾਲੀ ਮੈਂ ਮਤਲਬ ਕਿ ਜਿਹੜਾ ਮੇਰਾ ਕੇਸ ਹੋਇਆ ਸੀਗਾ ਸਿਵਲ ਹਸਪਤਾਲ ਬਰਨਾਲਾ ਵਿਖੇ, ਉਹਦਾ ਮੈਨੂੰ ਇਹ ਸਾਰਾ ਡਿਟੇਲ ਆ ਗਈ ਵੀ ਕਦੋਂ ਮੇਰਾ ਹੋਇਆ, ਕਦੋਂ ਮੈਨੂੰ ਡਿਸਚਾਰਜ ਕੀਤਾ ਗਿਆ। ਸਰ ਮੈਨੂੰ ਤਾਂ ਮੈਡਮ ਡਾਕਟਰ ਅਲਕਾ ਨੇ ਇੱਕ ਲੈਟਰ ਭੇਜਿਆ ਜਿਸ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਸਿਹਤ ਕਰਮਚਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਵੀ ਉਹਨਾਂ ਨੇ ਮਤਲਬ ਕਿ ਜਿਹੜੀ ਮੇਰੀ ਰੀਜੁਆਇਨਿੰਗ ਆ ਉਹ ਰੱਦ ਕਰ ਦਿੱਤੀ ਗਈ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਅੱਜ ਤੁਹਾਨੂੰ ਇੱਕ ਐਸੀ ਲੜਕੀ ਦੀ ਕਹਾਣੀ ਵਿਖਾਉਣ ਜਾ ਰਹੇ ਹਾਂ ਜਿਹਨੂੰ ਮਾਂ ਬਣਨ ਤੋਂ ਬਾਅਦ ਕਹਿ ਸਕਦੇ ਵੱਡੀ ਮੁਸੀਬਤ ਖੜੀ ਹੋ ਗਈ ਹੈ, ਉਹਦੀ ਨੌਕਰੀ ਚਲੀ ਗਈ। ਤਾਂ ਮੈਂ ਇਸ ਵਕਤ ਤਸਵੀਰ ਦਿਖਾਣਾ ਤੁਹਾਨੂੰ। ਇਹ ਜਿਹਦੀ ਤਸਵੀਰ ਦੇਖ ਰਹੇ ਹੋ ਇਹ ਲੜਕੀ ਦਾ ਨਾਮ ਹੈਗਾ ਹਰਪ੍ਰੀਤ ਕੌਰ। ਇਹ ਕੋਟਸ਼ਮੀਰ ਦੀ ਰਹਿਣ ਵਾਲੀ ਹੈ। ਰਾਮਾ ਮੰਡੀ ਦੇ ਵਿੱਚ ਜਿਹੜੇ ਮੁਹੱਲਾ ਕਲੀਨਿਕ ਬਣਾਏ ਹੈ ਉਸ ਕਲੀਨਿਕ ਦੇ ਵਿੱਚ ਸੀਏ ਦੀ ਪੋਸਟ ਹੈ ਕਲੀਨਿਕਲ ਅਸਿਸਟੈਂਟ। ਇਹ ਨਵੀਆਂ ਪੋਸਟਾਂ ਜਿਹੜੀਆਂ ਮੁਹੱਲਾ ਕਲੀਨਿਕ 'ਚ ਕੱਢੀਆਂ ਗਈਆਂ ਸੀ ਤਾਂ ਇਹ 2022 ਚ ਉਹਦੇ 'ਚ ਮਿਹਨਤ ਕਰਕੇ ਮੈਰਿਟ ਦੇ ਆਧਾਰ ਤੇ ਭਰਤੀ ਹੋ ਕੇ ਇਹਨੇ ਨੌਕਰੀ ਹਾਸਲ ਕੀਤੀ ਸੀ। ਪਰ ਨੌਕਰੀ ਤੋਂ ਪਹਿਲਾਂ ਵਧੀਆ ਇਹਨੂੰ ਜਿਹੜੇ ਕਹਿ ਸਕਦੇ ਇੱਕ ਵਧੀਆ ਸੁਪਨੇ ਹੁੰਦੇ ਕਿ ਆਪਾਂ ਮਿਹਨਤ ਕਰਨੀ ਹੈ, ਨੌਕਰੀ ਹਾਸਲ ਕਰਨੀ ਹੈ, ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਨੌਕਰੀ ਜਿਹੜੀ ਇਹਨੇ ਹਾਸਲ ਕੀਤੀ ਹੈ ਵਿਆਹ ਤੋਂ ਬਾਅਦ ਜਦੋਂ ਇਹ ਮਾਂ ਬਣੂਗੀ ਤਾਂ ਇਹਦੀ ਨੌਕਰੀ ਚਲੀ ਜਾਊਗੀ। ਇਹ ਬੜੀ ਕਹਾਣੀ ਜਿਹੜੀ ਦਿਲਚਸਪ ਹੈਗੀ ਕਿ ਇਹਦੀ ਜੌਬ ਜਿਹੜੀ ਜਾ ਚੁੱਕੀ ਹੈ, ਸਰਕਾਰੀ ਜੌਬ ਜਿਹੜੀ ਇੱਥੇ ਲੱਗੀ ਹੋਈ ਸੀ ਇਹਨੂੰ ਪਰ ਪੇਸ਼ੈਂਟ ਦੇ ਹਿਸਾਬ ਦੇ ਨਾਲ ਜਿਹੜਾ ਹੈ ਕਲੀਨਿਕਲ ਅਸਿਸਟੈਂਟ ਜਿਹੜੇ ਹੈਗੇ OPD ਦੇ ਹਿਸਾਬ ਨਾਲ ਇਹਨਾਂ ਨੂੰ ਪੇਮੈਂਟ ਕੀਤੀ ਜਾਂਦੀ ਹੈ। ਪਰ ਅੱਜ ਮਾਂ ਬਣਨ ਤੋਂ ਬਾਅਦ ਇਹ ਦੁਖਿਆਰੀ ਮਾਂ ਜਿਹਦੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਜਿਹਦੀ ਅੱਖਾਂ 'ਚ ਹੰਝੂ ਹੈ ਤੇ ਇੱਕ ਛੋਟੀ ਬੱਚੀ ਨੂੰ ਗੋਦੀ 'ਚ ਲੈ ਕੇ ਬੈਠੀ ਹੈ। ਬਹੁਤ ਵੱਡੀ ਪਰੇਸ਼ਾਨੀ 'ਚ ਹੈ ਕਿਉਂਕਿ ਇਹਨੇ ਜਿਹੜੀ ਮਿਹਨਤ ਕਰਕੇ ਪੜ੍ਹਾਈ ਕਰਕੇ ਆਪਣੀ ਜੌਬ ਹਾਸਲ ਕੀਤੀ ਸੀ ਉਹ ਜੌਬ ਚਲੀ ਗਈ। ਜੌਬ ਕਿਉਂ ਗਈ ਹੈ ਸਾਰੀ ਗੱਲਬਾਤ ਇਹਦੇ ਨਾਲ ਤੁਹਾਨੂੰ ਅਸੀਂ ਇਹ ਤੋਂ ਸੁਣਵਾਉਂਦੇ ਹਾਂ ਹਰਪ੍ਰੀਤ ਕੌਰ ਤੋਂ। ਤਾਂ ਇਹ ਜਿਹੜੀ ਮਾਸੂਮ ਬੱਚੀ ਜਿਹਦੇ ਭਵਿੱਖ ਦਾ ਇੱਕ ਇਹਨੂੰ ਚਿੰਤਾ ਖੜੀ ਹੋ ਗਈ ਕਿ ਇਹਦੇ ਭਵਿੱਖ ਦਾ ਕੀ ਬਣੂਗਾ ਕਿਉਂਕਿ ਨੌਕਰੀਆਂ ਹਾਸਲ ਕਰਨੀਆਂ ਬਹੁਤ ਔਖੀਆਂ, ਬੜੀ ਮੁਸ਼ਕਲ ਨੌਕਰੀ ਮਿਲਦੀ ਹੈ ਤੇ ਜਦੋਂ ਮਾਂ ਬਣਨ ਤੋਂ ਬਾਅਦ ਇੱਕ ਜ਼ਿੰਮੇਵਾਰੀ ਵੱਧ ਜਾਂਦੀ ਹੈ, ਬੱਚੇ ਦੀ ਵੱਧਦੀ ਹੈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਜ਼ਾਹਿਰ ਤੌਰ ਤੇ ਇੱਕ ਇਨਸਾਨ ਦਾ ਮਨੋਬਲ ਟੁੱਟ ਜਾਂਦਾ। ਤਾਂ ਹਰਪ੍ਰੀਤ ਕੌਰ ਤੋਂ ਜਾਣਦੇ ਆ ਕਿ ਕਹਾਣੀ ਸਾਰੀ ਕੀ ਹੋਈ, ਕਿਵੇਂ ਜੌਬ ਇਹਨੇ ਹਾਸਲ ਕੀਤੀ ਤੇ ਕਿਵੇਂ ਦੀ ਜੌਬ ਗਈ ਆ। ਹਰਪ੍ਰੀਤ ਜੀ ਇਹ ਜੌਬ ਗਈ ਕਿੱਦਾਂ, ਦੱਸੋ ਕੀ ਜੌਬ ਤੁਸੀਂ ਕਰਦੇ ਸੀ? ਸਰ ਮੈਂ ਕਲੀਨਿਕਲ ਅਸਿਸਟੈਂਟ ਦੀ ਰਾਮਾ ਆਮ ਆਦਮੀ ਕਲੀਨਿਕ ਵਿੱਚ ਜੌਬ ਕਰਦੀ ਸੀਗੀ। ਸਰ ਮੈਂ ਜੌਬ ਦੇ ਦੌਰਾਨ ਬਹੁਤ ਵਧੀਆ ਕੰਮ ਕਰਦੀ ਸੀਗੀ ਤੇ ਸਰ ਮੈਂ ਆਪਣੀ ਛੁੱਟੀ ਦਾ ਜਿਹੜਾ ਵੀ ਉਹ ਆ ਮੈਟਰਨਿਟੀ ਲੀਵ ਦਾ ਜੋ ਵੀ ਪ੍ਰੋਸੈਸ ਆ ਉਹ ਪਤਾ ਕਰਕੇ ਗਈ ਸੀ, ਬਟ ਮੈਨੂੰ ਕਿਤੋਂ ਕੋਈ ਰਿਸਪੌਂਸ ਨਹੀਂ ਆਇਆ।
ਤੇ ਐਸਐਮ ਮੈਡਮ ਦਾ ਕਹਿਣਾ ਹੈ ਵੀ ਜਿਹੜੀ ਮੈਂ ਤੁਹਾਡੀ ਛੁੱਟੀ ਆ ਉਹ ਪ੍ਰੋਸੈਸ ਦੇ ਵਿੱਚ ਪਾ ਦਿੱਤੀ ਗਈ ਆ ਸਰ। ਇਸ ਤੋਂ ਬਾਅਦ ਮੈਂ ਚਲੀ ਗਈ। ਇਸ ਤੋਂ ਬਾਅਦ ਮੇਰੀ 1/7/2023 ਨੂੰ ਡਿਲੀਵਰੀ ਹੋਈ। ਡਿਲੀਵਰੀ ਤੋਂ ਬਾਅਦ 18 ਦਿਨਾਂ ਦੀ ਮੇਰੀ ਬੇਟੀ ਸੀ। ਜਦੋਂ ਮੈਨੂੰ ਕਾਲ ਗਈ ਆ ਵੀ ਤੁਸੀਂ ਲੰਮੀ ਛੁੱਟੀ ਤੇ ਗਏ ਹੋ ਤੇ ਤਾਂ ਤੁਸੀਂ ਦੁਬਾਰਾ ਜੁਆਇਨ ਨਹੀਂ ਕਰ ਸਕਦੇ, ਤਾਂ ਉਸ ਸਮੇਂ ਸਰ ਮੈਂ ਸਾਰਾ ਕੁਝ ਭੁੱਲ ਗਈ ਸੀ ਵੀ ਇੱਕ ਮੇਰੀ 18 ਦਿਨਾਂ ਦੀ ਬੱਚੀ ਆ ਤੇ ਮੈਂ ਮੈਟਰਨਿਟੀ ਲੀਵ ਵੀ ਭੁੱਲ ਚੁੱਕੀ ਸੀਗੀ। ਮੇਰਾ ਸਜੇਰੀਅਨ ਹੋਇਆਗਾ। ਮੈਂ ਉਸ ਟਾਈਮ ਆਪਣੀ ਮਤਲਬ ਕਿ ਬੋਡੀ ਦੀ ਵੀ ਕੇਅਰ ਨਹੀਂ ਕੀਤੀ, ਕਿਉਂਕਿ ਸਜੇਰੀਅਨ ਤੁਹਾਨੂੰ ਵੀ ਪਤਾ ਵੀ ਕੋਈ ਵੀ ਡਾਕਟਰ ਆ ਜਿਹੜਾ ਉਹ ਕੋਈ ਵੀ ਨਹੀਂ ਕਹੇਗਾ ਵੀ ਬੱਚਾ ਤੀਜੇ ਦਿਨ ਸਜੇਰੀਅਨ ਕਰਾ ਕੇ ਡਿਊਟੀ ਤੇ ਜਾ ਸਕਦਾ ਹੈ। ਜਦੋਂ ਵੀ ਮੈਂ ਕਿਸੇ ਨੂੰ ਵੀ ਗੱਲ ਕਰਦੀ ਆ, ਸਿਵਲ ਸਰਜਨ ਨਾਲ ਮੈਨੇ ਗੱਲ ਕੀਤੀ, ਉਹ ਕਹਿੰਦੇ ਜਦੋਂ 3 ਦਿਨਾਂ ਤੋਂ ਬਾਅਦ ਛੁੱਟੀ ਨਹੀਂ ਸੀ ਤਾਂ ਤੁਸੀਂ ਫਿਰ ਤੀਜੇ ਦਿਨ ਡਿਊਟੀ ਤੇ ਆ ਜਾਣਾ ਸੀਗਾ। ਕਿਉਂਕਿ ਸਰ ਮੈਂ ਤੀਜੇ ਦਿਨ ਡਿਊਟੀ ਤੇ ਕਿੱਦਾਂ ਆ ਸਕਦੀ ਸੀ? ਤੀਜੇ ਦਿਨ ਦਾ ਮੈਨੂੰ ਹਸਪੀਟਲ ਦੇ ਵਿੱਚੋਂ ਡਿਸਚਾਰਜ ਕੀਤਾ ਗਿਆ। ਤੇ ਹਾਂਜੀ, ਇਹ ਮੇਰਾ ਛੋਟਾ ਬੱਚਾ ਗਾ ਤੇ ਮੈਂ ਨਾ ਬਹੁਤ ਮੁਸ਼ਕਲ ਨਾਲ ਇਸ ਤੋਂ ਬਾਅਦ ਫਿਰ ਮੈਂ ਦੁਬਾਰਾ ਮੈਂ ਸਿਵਲ ਸਰਜਨ ਸਰ ਕੋਲ ਗਈ। ਉਹਨਾਂ ਨੂੰ ਮੈਂ ਇਹਦੇ ਰਿਗਾਰਡਿੰਗ ਮਤਲਬ ਕਿ ਉਹ ਗੱਲ ਕੀਤੀ ਵੀ ਸਰ ਐਦਾਂ ਕਰਕੇ ਵੀ ਮੈਨੂੰ ਡਿਊਟੀ ਜੁਆਇਨ ਨਹੀਂ ਕਰਵਾਈ ਜਾਂਦੀ। ਤਾਂ ਸਰ ਕਹਿੰਦੇ ਵੀ ਤੁਸੀਂ NH ਆਫਿਸ ਜਾਓ, ਸਾਡੇ ਹੱਥ ਵਿੱਚ ਕੁਝ ਵੀ ਨਹੀਂਗਾ, ਸਾਡੇ ਹੱਥ ਇਹ ਪਾਵਰ ਨਹੀਂ ਹੈਗੀ। ਠੀਕ ਆ ਸਰ, ਮੈਂ ਇੱਕ ਸਿਵਲ ਸਰਜਨ ਸਰ ਨੂੰ ਇਹ ਸਵਾਲ ਕਰਨਾ ਚਾਹੁੰਦੀ ਆ ਵੀ ਜਦੋਂ ਇਹਨਾਂ ਦੇ ਕੋਲੇ ਜੁਆਇਨਿੰਗ ਕਰਨ ਦੀ ਪਾਵਰ ਨਹੀਂ ਹੈਗੀ ਤਾਂ ਫਿਰ ਮੈਨੂੰ ਕੱਢਣ ਦੀ ਪਾਵਰ ਕੀ ਆ? ਜਦ ਕਿ ਮੈਨੂੰ ਉੱਪਰੋਂ ਕੋਈ ਨੋਟਿਸ ਵਗੈਰਾ ਨਹੀਂ ਆਇਆ ਟਰਮੀਨੇਸ਼ਨ ਦਾ, ਤੇ ਮੈਨੂੰ ਕਿੱਦਾਂ ਕੱਢਿਆ ਜਾ ਰਿਹਾ ਹੈਗਾ? ਕਿਹੜੇ ਸਿਹਤ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਹੈ ਮੈਨੂੰ ਕੱਢਣ ਦੀ? ਸਰ ਇਸ ਤੋਂ ਬਾਅਦ ਉਹਨਾਂ ਨੇ ਕੱਢਣ ਦਾ ਕਾਰਨ ਕੀ ਦੱਸਿਆ? ਕਾਰਨ ਇਹ ਦੱਸਿਆਗਾ ਵੀ 3 ਦਿਨਾਂ ਤੋਂ ਵੱਧ ਛੁੱਟੀ ਸੀ, ਤੂੰ ਲੰਮੀ ਛੁੱਟੀ ਤੇ ਗਈ ਸੀ, ਇਹਦਾ ਕਾਰਨ ਇਹੀ ਆ। ਜਦ ਕਿ ਮਾਂ ਬਣਨਾ ਤਾਂ ਹਰ ਉਸ ਔਰਤ ਲੜਕੀ ਦਾ ਅਧਿਕਾਰ ਹੈ, ਜਿਹਨੇ ਵਿਆਹ ਕਰਾਣਾ ਮਾਂ ਤਾਂ ਉਹਨੇ ਬਣਨਾ ਹੀ ਹੈਗਾ। ਤੇ ਕੋਈ ਨੋਰਮਸ ਵੀ ਲਿਖੀਆਂ ਹੋਈਆਂ ਸੀ ਆਈਆਂ ਕੁਛ ਇਹਦੇ ਵਿੱਚ? ਸਰ ਨਹੀਂ, 12 ਨੰਬਰ ਜਿਹੜਾ ਪੁਆਇੰਟ ਆ ਉਹਦੇ ਵਿੱਚ ਕਲੀਅਰ ਦਿੱਤਾ ਹੋਇਆਗਾ ਵੀ ਜੇਕਰ ਕੋਈ ਬੱਚਾ ਵਿਦਆਊਟ ਰੀਜ਼ਨ 3 ਦਿਨਾਂ ਤੋਂ ਵੱਧ ਲਗਾਤਾਰ ਛੁੱਟੀ ਲੈ ਰਿਹਾ, 12 ਨੰਬਰ ਜੀ, 3 ਦਿਨਾਂ ਤੋਂ ਵੱਧ ਛੁੱਟੀ ਲੈ ਰਿਹਾ ਬਿਨਾ ਵਿਦਆਊਟ ਰੀਜ਼ਨ, ਤਾਂ ਉਹਨੂੰ ਕੱਢ ਦਿੱਤਾ ਜਾਊਗਾ। ਸਰ ਮੇਰਾ ਤਾਂ ਡਿਲੀਵਰੀ ਦਾ ਰੀਜ਼ਨ ਸੀਗਾ, ਮੈਂ ਤਾਂ ਆਪਣਾ ਰੀਜ਼ਨ ਦੇ ਵੀ ਨਾ ਨਹੀਂ ਗਈ ਜਾਂ ਮੈਂ ਕਿਸੇ ਨੂੰ। ਹਾਂਜੀ, ਇਹ ਵਾਲੀ ਮੈਂ ਮਤਲਬ ਕਿ ਜਿਹੜਾ ਮੇਰਾ ਕੇਸ ਹੋਇਆ ਸੀਗਾ ਸਿਵਲ ਹਸਪਤਾਲ ਬਰਨਾਲਾ ਵਿਖੇ, ਉਹਦਾ ਮੈਨੂੰ ਇਹ ਸਾਰਾ ਡਿਟੇਲ ਆ ਗਈ ਵੀ ਕਦੋਂ ਮੇਰਾ ਹੋਇਆ, ਕਦੋਂ ਮੈਨੂੰ ਡਿਸਚਾਰਜ ਕੀਤਾ ਗਿਆ। ਹਾਂਜੀ, ਇਸ ਤੋਂ ਬਾਅਦ ਸਰ ਮੈਂ ਜਦੋਂ ਫਿਰ ਸਿਵਲ ਸਰਜਨ ਸਰ ਕੋਲੇ ਗਈ, ਉਹਨਾਂ ਨੇ ਮੈਂ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਮੈਨੂੰ ਹੁਕਮਾਂ ਅਨੁਸਾਰ ਮੈਨੂੰ ਰੀਜੁਆਇਨਿੰਗ ਕਰਵਾ ਲਿਆ ਗਿਆ ਤੇ ਮੈਨੂੰ ਐਸਐਮ ਮੈਡਮ ਕੋਲੇ ਘੁੱਦੇ ਭੇਜਿਆ ਗਿਆ ਤੇ ਉਹਨਾਂ ਤੋਂ ਇੱਕ ਐਪਲੀਕੇਸ਼ਨ ਮੈਨੂੰ ਲਿਖਵਾਈ ਗਈ, ਮੈਥੋਂ ਲੈਟਰ ਲਿਖਵਾਇਆ ਗਿਆ ਤੇ ਉਸ ਤੇ ਲੈਟਰ ਤੇ ਮੈਡਮ ਦੇ ਸਾਈਨ ਨੇ ਤੇ ਉਹਨਾਂ ਨੇ ਮੈਨੂੰ ਅਲਾਉ ਕੀਤਾ ਗਿਆ। ਨਹੀਂ, ਉਹ ਜਿਹੜਾ ਲੈਟਰ ਹੈਗਾ ਇਹਦੇ ਵਿੱਚ ਹੀ ਆ ਲੈਟਰ, ਉਹ ਜਿਹੜੀ ਤੁਸੀਂ ਮਤਲਬ ਛੁੱਟੀ ਅਪਲਾਈ ਕੀਤੀ ਸੀ ਆਪਣੀ? ਹਾਂਜੀ ਸਰ। ਕਿੰਨੇ ਮਹੀਨੇ ਦੀ ਛੁੱਟੀ ਕੀਤੀ ਸੀ ਤੁਸੀਂ ਅਪਲਾਈ? ਸਰ ਮੈਂ 2 ਮਹੀਨਿਆਂ ਦੀ ਛੁੱਟੀ ਅਪਲਾਈ ਕਰਕੇ ਗਈ ਸੀਗੀ। ਕਿਹੜੀ ਤਰੀਕ ਦੀ ਹੈ ਇਹ? ਤਰੀਕ ਹੈਗੀ ਆ 20 ਜੂਨ ਤੋਂ 20 ਅਗਸਤ ਤੱਕ 2023। ਹਾਂਜੀ। ਇਹ ਕਿਹਦੇ ਨਾਮ ਤੇ ਸੀ? ਮੈਡਮ ਕੌਣ ਸੀ ਇੰਚਾਰਜ ਉੱਥੇ? ਇੰਚਾਰਜ ਹੈਗੇ ਸੀ ਐਸਐਮਓ ਮੈਡਮ ਡਾਕਟਰ ਅਲਕਾ। ਅੱਛਾ, ਇਹਨਾਂ ਨੇ ਮਤਲਬ ਹਾਂਜੀ ਇਹਨਾਂ ਨੇ ਮਤਲਬ ਕਿ ਹਾਂਜੀ ਸਾਈਨ ਕੀਤੇ ਹੋਏ ਨੇ ਬਕਾਇਦਾ। ਇਸ ਤੋਂ ਬਾਅਦ ਸਰ ਮੇਰਾ ਮੈਡੀਕਲ ਸਰਟੀਫਿਕੇਟ ਵੀ ਲੱਗਿਆ ਹੋਇਆ ਕਿੰਨੀ ਨੂੰ ਮੇਰੀ ਐਕਸਪੈਕਟਡ ਡਿਲੀਵਰੀ ਡੇਟ ਬਣਦੀ ਸੀ। ਇਸ ਤੋਂ ਬਾਅਦ ਸਰ ਇਹ ਮੈਥੋਂ ਇੱਕ ਫਾਰਮ ਭਰਾਇਆ ਗਿਆ ਵੀ ਇਹਦੇ ਵਿੱਚ ਲਿਖਿਆ ਹੋਇਆ ਵੀ ਪਹਿਲਾਂ ਤੁਸੀਂ ਲੰਮੀ ਛੁੱਟੀ ਤੇ ਤਾਂ ਨਹੀਂ ਗਏ, ਤਾਂ ਉਹਦਾ ਜਵਾਬ ਸੀ ਨਹੀਂ। ਸਾਰੇ ਮੈਥੋਂ ਸਾਈਨ ਕਰਵਾਏ ਗਏ, ਇਹ ਸਾਈਨ ਕੀਤੇ ਗਏ। ਇਸ ਤੋਂ ਬਾਅਦ ਜਿਹੜੀ ਮੇਲ ਇਹਨਾਂ ਨੇ ਪ੍ਰੋਸੈਸਿੰਗ ਦੇ ਵਿੱਚ ਪਾਈ ਆ, ਉਹਦਾ ਵੀ ਬਕਾਇਦਾ ਮੇਰੇ ਕੋਲੇ ਪ੍ਰੂਫ ਹੈਗਾ ਵੀ ਉਹ ਮੇਲ ਆ ਜਿਹੜੀ ਇਹਨਾਂ ਨੇ ਪਾਈ ਸੀਗੀ। ਤੇ 2 ਮਹੀਨੇ ਦੀ ਛੁੱਟੀ ਥੋੜੀ ਸੈਂਕਸ਼ਨ ਹੋ ਗਈ ਸੀ? ਹਾਂਜੀ, ਹੋ ਗਈ ਸੀ। ਸੈਂਕਸ਼ਨ ਕਰਤੀ ਜਦੋਂ ਤੁਸੀਂ ਜੁਆਇਨ ਕੀਤਾ, ਉਦੋਂ ਕਿੰਨੇ ਦਿਨ ਜੁਆਇਨਿੰਗ ਰਹੀ ਤੁਹਾਡੀ? ਸਰ ਮੇਰੀ ਮਤਲਬ ਕਿ ਮੈਂ ਜੁਆਇਨ ਕੀਤਾ 25 ਦਿਨਾਂ ਦੀ ਬੇਟੀ ਸੀ ਜਦੋਂ ਮੈਂ ਜੁਆਇਨ ਕੀਤਾ। 10 ਮਤਲਬ ਕਿ 37 ਦਿਨਾਂ ਦੀ ਮੇਰੀ ਛੁੱਟੀ ਬਣਦੀ ਸੀ ਟੋਟਲ, ਕਿਉਂਕਿ ਮੈਂ 10 ਦਿਨ ਪਹਿਲਾਂ ਹੀ ਚਲੀ ਗਈ ਸੀਗੀ ਤੇ ਇਸ ਤੋਂ ਬਾਅਦ ਮਤਲਬ ਕਿ 25 ਦਿਨਾਂ ਦੀ ਕੁੜੀ ਸੀ ਜਦੋਂ ਮੈਂ ਡਿਊਟੀ ਤੇ ਆਈ ਸੀਗੀ। ਪਰ ਅੱਛਾ, ਜਦੋਂ ਤੁਹਾਨੂੰ ਡਿਸਮਿਸ ਦਾ ਕੀ ਆਰਡਰ ਕੀ ਦਿੱਤਾ, ਕਿਹਦੇ ਵੱਲੋਂ ਆਇਆ ਆਰਡਰ ਵੀ ਤੁਹਾਨੂੰ ਹਟਾਇਆ ਜਾਂਦਾ ਜੌਬ ਤੋਂ? ਸਰ ਮੈਨੂੰ ਤਾਂ ਮੈਡਮ ਡਾਕਟਰ ਅਲਕਾ ਨੇ ਇੱਕ ਲੈਟਰ ਭੇਜਿਆ ਜਿਸ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਸਿਹਤ ਕਰਮਚਾਰੀਆਂ ਨਾਲ, ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਵੀ ਉਹਨਾਂ ਨੇ ਮਤਲਬ ਕਿ ਜਿਹੜੀ ਮੇਰੀ ਰੀਜੁਆਇਨਿੰਗ ਆ ਉਹ ਰੱਦ ਕਰ ਦਿੱਤੀ ਗਈ। ਹੋਰ ਸਰ ਮੈਨੂੰ ਕਿਸੇ ਦਾ ਕੁਛ ਨਹੀਂ ਆਇਆ ਤੇ ਉਹ ਲੈਟਰ ਆਇਆ ਤੇ ਉਸ ਲੈਟਰ ਨੂੰ ਹੀ ਦੇਖ ਕੇ ਮੈਂ ਥਾਂ ਭੜਕ ਰਹੀ ਹਾਂ, ਥਾਂ ਦਿਖਾ ਰਹੀ ਹਾਂ। ਫਿਰ ਮੈਂ ਜਿਹੜੇ ਪ੍ਰੋਫੈਸਰ ਬਲਜਿੰਦਰ ਕੌਰ ਨੇ MLA, ਉਹਨਾਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਅਸੀਂ ਮਿਲ ਕੇ ਵੀ ਆਏ ਸੀਗੇ, ਉਹਨਾਂ ਨੇ ਬਕਾਇਦਾ ਸਾਈਨ ਵੀ ਕੀਤੇ ਆ ਤੇ ਉਹਨਾਂ ਨੇ ਸਾਨੂੰ ਹੈਲਥ ਮਿਨਿਸਟਰ ਨੂੰ ਹਾਂਜੀ ਇਹ 27/7/2023 ਨੂੰ ਰੀਜੁਆਇਨਿੰਗ ਕਰਵਾਇਆ ਜੀ, ਮੈਨੂੰ
ਅਲਾਉ ਕੀਤਾ। ਕਰਤਾ ਹੈ। ਹਾਂਜੀ ਅਲਾਉ ਕਰਤਾ 27 ਜੁਲਾਈ ਨੂੰ। ਹਟਾਇਆ ਕਦੋਂ ਫਿਰ? ਹਟਾਇਆ ਜੀ ਮੈਨੂੰ ਹੈਗਾ 3 ਅਗਸਤ ਨੂੰ 3 ਅਗਸਤ ਨੂੰ ਮੈਨੂੰ ਹਟਾ ਦਿੱਤਾ ਗਿਆ। ਰੀਜ਼ਨ ਨਹੀਂ ਕੋਈ ਦੱਸਿਆ ਕਿਉਂ ਹਟਾਇਆ? ਕਿਉਂਕਿ ਇਹ ਤਾਂ ਅਧਿਕਾਰ ਹੈਗਾ ਔਰਤ ਦਾ ਮਾਂ ਬਣਨ ਇਹਨਾਂ ਕੋਲੇ ਇੱਕ ਰੀਜ਼ਨ ਇਹ ਕਹਿ ਰਹੇ ਨੇ ਵੀ 3 ਦਿਨਾਂ ਤੋਂ ਵੱਧ ਛੁੱਟੀ ਹੈ ਨਹੀਂ ਸੀ ਤੇ ਤੂੰ ਲੰਮੀ ਛੁੱਟੀ ਤੇ ਗਈ, ਇਹ ਤੇਰਾ ਰੀਜ਼ਨ ਆ ਤੇ ਤਾਂ ਕਰਕੇ ਤੈਨੂੰ ਹਟਾ ਦਿੱਤਾ ਗਿਆ। ਅੱਛਾ, ਹੁਣ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ? ਕੀ ਮੰਗ? ਸਰ ਮੈਂ ਸਰਕਾਰ ਤੋਂ ਇਹੀ ਮੰਗ ਕਰਦੀ ਆ ਵੀ ਮੇਰੀ ਬਹੁਤ ਰਿਕੁਐਸਟ ਆ ਵੀ ਜਿਹੜਾ ਮੇਰਾ ਮੈਸੇਜ ਆ ਉਹ ਸੀਐਮ ਤੱਕ ਪਹੁੰਚਾਇਆ ਜਾ ਸਕੇ। ਮੈਨੂੰ ਜ਼ਰੂਰ ਆਸ ਆ ਵੀ ਜੋ ਇਹ ਮੇਰਾ ਮੈਸੇਜ ਆ ਸੀਐਮ ਤੱਕ ਪਹੁੰਚੇਗਾ ਤਾਂ ਉਹ ਮੇਰਾ ਕੁਛ ਨਾ ਕੁਛ ਸੋਲਵ ਜ਼ਰੂਰ ਕਰਨਗੇ। ਸਰ ਮੈਨੂੰ ਆਸ ਆਗੀ ਵੀ ਇਹ ਮੇਰਾ ਜਿਹੜਾ ਮੈਸੇਜ ਆ ਇਹ ਜ਼ਰੂਰ ਪਹੁੰਚੇਗਾ ਸੀਐਮ ਤੱਕ। ਜੀ ਬਿਲਕੁਲ, ਇਹਨਾਂ ਦੇ ਪਰਿਵਾਰ ਦੇ ਹੈਗੇ ਆ ਬੀਬੀ ਜੀ ਨਾਲ ਆ। ਮਾਤਾ ਇਹ ਬੱਚੀ ਨੇ ਨੌਕਰੀ ਲਿੱਤੀ ਬੜੀ ਮਿਹਨਤ ਕਰਕੇ, ਤੂੰ ਹਟਾਤਾ ਇਹਨੂੰ, ਮਾਂ ਬਣਨਾ ਇਹਨੂੰ ਮਹਿੰਗਾ ਪੈ ਗਿਆ ਫਿਰ ਇਹ ਕਿਹੜਾ ਕਿਸੇ ਦੇ ਵਾਸਤੇ ਜੀ ਬਚਾ ਪਚਾ ਕਰਨੀ ਸੀ ਫਿਰ। ਹਾਂ, ਤੇ ਹੁਣ ਫਿਰ ਇਹ ਜਦੋਂ ਰਾਜੀ ਲੱਗ ਕੇ ਤੇ ਫਿਰ ਕਿਉਂ ਇਹ ਗਵਰਨਮੈਂਟ ਹੋ ਧੱਕਾ ਕਰਦੀ ਹੈ? ਨਹੀਂ ਹਟਾਉਂਦੇ। ਹਾਂ ਬਾਈ ਜੀ ਥੋੜੀ ਸਿਸਟਰ ਹੈ ਇਹ? ਹਾਂਜੀ ਮੇਰੀ ਸਿਸਟਰ ਹੈ। ਬੜੀ ਮਿਹਨਤ ਕਰਦੇ ਆ, ਕਿਸੇ ਨੇ ਵੀ ਕੋਈ ਵੀ ਟੈਸਟ ਕਲੀਅਰ ਕਰਨਾ ਹੈ, ਇਹਨੂੰ ਹਟਾਇਆ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰ ਇਹੀ ਹੈ ਵੀ ਸਾਨੂੰ ਰੀਜਵਾਈਨ ਕਰਾਇਆ ਜਾਵੇ, ਦੁਬਾਰੇ ਡਿਊਟੀ ਇਹਨੂੰ ਜੁਆਇਨ ਕੀਤੀ ਜਾਵੇ। ਇਹਦੇ ਡੈਡੀ ਵੀ ਨਹੀਂ ਜੀ, ਇਹ ਤਾਂ ਮੈਂ ਪਾਲੀ ਆ ਜੀ, ਛੋਟੀ ਹੋਈ ਸੀ ਤਾਂ। ਕੀ ਕਹੋਗੇ ਤੁਸੀਂ ਬਾਈ ਜੀ? ਸਰਕਾਰ ਨੂੰ ਉਹੀ ਕਵਾਂਗੇ ਜੀ, ਸਾਡੀ ਅਪੀਲ ਸੀਐਮ ਤੱਕ ਪਹੁੰਚੇ ਤੇ ਇਹਨਾਂ ਨੂੰ ਡਿਊਟੀ ਤੇ ਦੁਬਾਰਾ ਜੁਆਇਨ ਕਰਾਇਆ ਜਾਵੇ ਜੀ। ਜੀ ਬਿਲਕੁਲ, ਇਹ ਹਰਪ੍ਰੀਤ ਕੌਰ ਹੈ ਜਿਹਦੀ ਇੱਕ ਮਾਸੂਮ ਬੱਚੀ ਹੈ। ਉਸ ਬੱਚੀ ਨੂੰ ਬੋਰਨ ਜਦੋਂ ਜਨਮ ਉਹਦਾ ਹੁੰਦਾ ਤਾਂ ਉਸ ਤੋਂ ਬਾਅਦ ਇਹਨੂੰ ਜਿਹੜਾ ਨੌਕਰੀ ਦੀ ਚਲੀ ਜਾਂਦੀ ਹੈ। ਤੇ ਇਹ ਜਿਹੜੇ ਅਧਿਕਾਰੀ ਹੈਗੇ ਉਹ ਇਹ ਗੱਲ ਕਹਿ ਰਿਹਾ ਕਿ ਲੰਬੀ ਛੁੱਟੀ ਤੁਹਾਨੂੰ ਦਿੱਤੀ ਗਈ ਸੀ, ਹਾਲਾਂਕਿ ਉਹ ਸੈਂਕਸ਼ਨ ਕੀਤੀ ਹੋਈ ਲੈਟਰ ਹੈਗਾ, ਪਰ ਕਿਤੇ ਨਾ ਕਿਤੇ ਕਹੀਏ ਕਿ ਜੇਕਰ ਇਹ ਨੋਰਮਸ ਵੀ ਬਣਾਏ ਹੋਏ ਆ ਸਰਕਾਰ ਵੱਲੋਂ ਕਿ ਲੰਬੀ ਛੁੱਟੀ ਤੇ ਕੋਈ ਜਿਹੜੀ ਹੈ ਨਹੀਂ ਦਿੱਤੀ ਜਾ ਸਕਦੀ ਕਿਸੇ ਸਟਾਫ ਨੂੰ, ਪਰ ਜੇ ਕੋਈ ਲੇਡੀ ਹੈਗੀ ਤਾਂ ਉਹਨੇ ਵੀ ਵਿਆਹ ਕਰਾਉਣਾ, ਕੁੜੀ ਨੇ ਵਿਆਹ ਤੋਂ ਬਾਅਦ ਉਹਨੇ ਵੀ ਆਪਣਾ ਪਰਿਵਾਰ ਅੱਗੇ ਵਧਾਉਣਾ, ਤਾਂ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਉਮੀਦ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਹ ਕੀ ਹੱਲ ਕਰਦੇ ਆ। ਫਿਲਹਾਲ ਤੁਹਾਨੂੰ ਇਸ ਬਾਰੇ ਬਠਿੰਡਾ ਦੇ ਸਿਵਲ